ਗੁੱਡ ਮਾਰਨਿੰਗ 10th ਕਲਾਸ। ਅੱਜ ਆਪਾਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ 2 ਵਿੱਚ ਸ਼ਾਮਿਲ ਕਵਿਤਾ ਗੁਰੂ ਉਪਦੇਸ਼ ਬਾਰੇ ਪੜ੍ਹਾਂਗੇ। ਇਸ ਕਵਿਤਾ ਦੇ ਕਵੀ ਹਨ ਪਵਨ ਹਰਚੰਦਪੁਰੀ। ਇਸ ਵਿੱਚ ਕਵੀ ਨੇ ਦੱਸਿਆ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਉਸ ਸਮੇਂ ਖਾਲਸੇ ਨੇ ਕੁਝ ਉਪਦੇਸ਼ ਦਿੱਤੇ ਸੀ। ਉਹਨਾਂ ਹੀ ਉਪਦੇਸ਼ਾਂ ਦਾ ਕੁਝ ਅੰਸ਼ ਇਹ ਕਵਿਤਾ ਹੈ ਗੁਰੂ ਉਪਦੇਸ਼। ਇਸ ਵਿੱਚ ਕਵੀ ਨੇ ਕਿਹਾ ਹੈ ਕਿ 10 ਗੁਰੂਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜੀ ਜੋਤ ਬਾਲੀ ਹੈ ਉਹ ਹਮੇਸ਼ਾ ਹੀ ਸਿੱਖੀ ਦੀ ਜਿਹੜੀ ਜੋਤ ਬਾਲੀ ਹੈ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਹੀ ਅਮਰ ਰਹੇਗੀ। ਫਿਰ ਕਿਹਾ ਹੈ ਕਿ ਰਹਿਮ ਕਰਮ ਧਰਮ ਦੀ ਸਾਂਝ ਗੁੜੀ ਹੈ, ਇਸ ਨੂੰ ਕਦੇ ਵੀ ਤੋੜਨਾ ਨਹੀਂ। ਜੇ ਤੁਹਾਡੇ ਦਿਮਾਗ 'ਤੇ ਗਰਮੀ ਗੁੱਸਾ ਹਾਵੀ ਹੋ ਰਿਹਾ ਤਾਂ ਉਸਨੂੰ ਕੰਟਰੋਲ ਵਿੱਚ ਕਰ ਲਓ, ਉਸਨੂੰ ਕਾਬੂ ਰੱਖੋ, ਨਹੀਂ ਤਾਂ ਇਹ ਸਾਡੇ ਘਰ ਵੀ ਸਾੜ ਦੇਵੇਗੀ, ਸਾਰਿਆਂ ਦੇ ਘਰ ਸਾੜ ਦੇਵੇਗੀ। ਆਪਣੀ ਕਿਰਤ ਵਿੱਚੋਂ ਦਸੌਂਧ ਕੱਢਣਾ, ਦਸਵੰਧ ਨੇਕ ਕਮਾਈ ਦਾ 10ਵਾਂ ਹਿੱਸਾ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉੱਚਾ ਨੀਵਾਂ ਕਦੇ ਕਿਸੇ ਨੂੰ ਉੱਚਾ ਨੀਵਾਂ ਨਹੀਂ ਬੋਲਣਾ ਚਾਹੀਦਾ। ਸਾਰੇ ਹੀ ਉਸੇ ਪਰਮਾਤਮਾ ਦੇ ਸਭ ਬੰਦੇ ਹਨ। ਗਊ ਗਰੀਬ ਤੇ ਔਰਤ ਦੀ ਰੱਖਿਆ ਕਰਨੀ, ਜਿਹੜਾ ਕੋਈ ਜ਼ਬਰ ਜ਼ੁਲਮ ਦੇ ਕਦੇ ਵੀ ਰਾਹ ਨਹੀਂ ਪੈਣਾ। ਵੀ ਇਹ ਨਹੀਂ ਹੈਗਾ ਕਿ ਕਦੇ ਮਗਰ ਲੱਗ ਕੇ ਸਾਰੇ ਉਹ ਕੰਮ ਗਲਤ ਕਰੀ ਜਾਣ, ਕਦੇ ਵੀ ਰਾਹ ਨਹੀਂ ਪੈਣਾ। ਨਾ ਹੀ ਧੀਆਂ ਵੇਚਣੀਆਂ ਨੇ, ਨਾ ਹੀ ਦਾਜ ਲੈਣਾ ਵਾ। ਜਿਹੜਾ ਜ਼ੁਲਮ ਦੇ ਖਿਲਾਫ ਲੜੇਗਾ ਉਹਦਾ ਮੈਂ ਸਾਥ ਦੇਵਾਂਗਾ, ਜਿਹੜਾ ਧਰਮ ਦੇ ਵਿਰੁੱਧ ਹੋਏਗਾ ਤਾਂ ਉਹਦਾ ਮੈਂ ਕਦੇ ਵੀ ਸਾਥ ਨਹੀਂ ਦੇਵਾਂਗਾ। ਇਹ ਸ਼ਬਦ ਗੁਰੂ ਜੀ ਨੇ ਕਹੇ ਸੀ। ਅਤੇ ਉਹਨਾਂ ਨੇ ਕਿਹਾ ਵਾ ਕਿ 5 ਬਾਣੀਆਂ ਦੇ ਨਾਲ ਨਵਾਜਿਆ ਮੈਂ ਭਾਵ ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ 5 ਬਾਣੀਆਂ, 5 ਕਕਾਰ, ਬਾਣੀ, ਬਾਣੇ ਅਤੇ ਯੁੱਧ ਦੀ ਪਾਨ ਚਾੜ ਕੇ ਮੈਂ ਇਸ ਨੂੰ ਰਜਮਾ ਪਿਆਰ ਦੇ ਦਿੱਤਾ ਹੈ। ਹਾਂਜੀ ਬੱਚਿਓ, ਇਹ ਆਪਾਂ ਪਿੱਛੇ ਪੜ੍ਹਿਆ ਸੀ ਇੱਥੇ ਤੱਕ, ਇਸ ਕਰਕੇ ਮੈਂ ਤੁਹਾਨੂੰ ਸਿਰਫ ਸ਼ੋਰਟ ਵਿੱਚ ਹਰ ਇੱਕ ਪੈਰੇ ਦਾ ਇੱਕ ਲਾਈਨ ਵਿੱਚ ਅਰਥ ਦੱਸਿਆ ਵਾ। ਹੁਣ ਇਹ ਆਪਾਂ ਅੱਗੋਂ ਸ਼ੁਰੂ ਕਰਾਂਗੇ। ਗੁਰੂ ਉਪਦੇਸ਼ ਜਿਹੜੀ ਕਵਿਤਾ ਵਾ ਉਹ ਭਾਗ 2 ਹੈ। ਭਾਗ ਪਹਿਲਾ ਆਪਾਂ ਇੱਥੇ ਤੱਕ ਪੜ੍ਹ ਚੁੱਕੇ ਹਾਂ। ਹੁਣ ਭਾਗ 2। ਟੱਕਰ ਲਊ ਜੋ ਜ਼ੁਲਮ ਦੇ ਨਾਲ ਸੂਰਾ, ਯੁੱਧਾਂ ਵਿੱਚ ਮੈਂ ਉਸਦਾ ਸਾਥ ਦੇਣਾ। ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਭੁੱਪਾਂ ਨੂੰ ਵੀ ਹਰ ਪਲ ਮਾਤ ਦੇਣਾ। ਇਹਦੇ ਵਿੱਚ ਕਵੀ ਕਹਿੰਦਾ ਹੈ ਕਿ ਸੂਰਾ ਮੀਨਸ ਬਹਾਦਰ, ਜਿਹੜਾ ਸੂਰਮਾ ਟੱਕਰ ਦੇ ਜ਼ੁਲਮ ਦੇ ਖਿਲਾਫ ਟੱਕਰ ਲਏਗਾ, ਭਾਵ ਡਟ ਕੇ ਉਹਦਾ ਮੁਕਾਬਲਾ ਕਰੇਗਾ, ਜ਼ੁਲਮ ਦੇ ਵਿਰੁੱਧ ਲੜੇਗਾ, ਮੈਂ ਯੁੱਧ ਵਿੱਚ ਉਸਦਾ ਸਾਥ ਦੇਵਾਂਗਾ। ਭਾਵ ਜਿਹੜਾ ਜ਼ੁਲਮ ਦੇ ਖਿਲਾਫ ਲੜੇਗਾ ਉਹਦੇ ਨਾਲ ਪਰਮਾਤਮਾ ਉਹਦੇ ਨਾਲ ਖੁਦ ਸਾਥ ਦੇਵੇਗਾ। ਲਾਲੋ ਭਾਈ ਲਾਲੋ ਜੀ, ਤੁਸੀਂ ਸੁਣਿਆ ਹੀ ਹੋਏਗਾ ਕਿ ਭਾਈ ਲਾਲੋ ਜੀ ਜਿਹੜੇ ਸੀਗੇ ਉਹਨਾਂ ਦੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦੀ ਅਤੇ ਜ਼ਿਮੀਂਦਾਰ ਦੀ ਰੋਟੀ ਨਿਚੋੜੀ ਸੀ ਅਤੇ ਭਾਈ ਲਾਲੋ ਜੀ ਦੇ ਹੱਥੋਂ ਵਿੱਚੋਂ ਉਹਨਾਂ ਦੇ ਹੱਥ ਰੋਟੀ ਵਿੱਚੋਂ ਦੁੱਧ ਅਤੇ ਜ਼ਿਮੀਂਦਾਰ ਦੀ ਰੋਟੀ ਵਿੱਚੋਂ ਲਹੂ ਨਿਕਲਿਆ ਸੀ। ਕਿਉਂਕਿ ਉਹਨੇ ਗਰੀਬਾਂ ਦਾ ਲਹੂ ਪੀ ਕੇ ਪੈਸੇ ਇਕੱਠੇ ਕੀਤੇ ਹੋਏ ਸੀ, ਪਰ ਉਹਦੇ 'ਚ ਦੁੱਧ ਨਿਕਲਿਆ ਕਿਉਂਕਿ ਉਹ ਮਿਹਨਤ ਦੀ ਕਮਾਈ ਸੀ। ਠੀਕ ਹੈ। ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ ਮੈਂ ਜ਼ਾਲਮ ਭੂਪਾਂ ਮਾਂ ਜ਼ਿਮੀਂਦਾਰ ਰਾਜੇ ਮਹਾਰਾਜੇ ਨੂੰ ਹਰ ਪਲ ਮਾਤ ਦੇਣਾ। ਜਿਹੜਾ ਜ਼ੁਲਮ ਦੇ ਮੈਂ ਵੀ ਜਿਹੜਾ ਲਾਲੋ ਉਹ ਗਰੀਦਾਰ ਮੀਨਸ ਨੇਕ ਕਮਾਈ ਕਰਨ ਵਾਲੇ ਬੰਦੇ, ਦਲਿਤ ਪਛੜੀ ਹੋਈ ਜਾਤੀਆਂ, ਗਰੀਬਾਂ ਦਾ ਮੈਂ ਸਾਥ ਦੇਵਾਂਗਾ। ਅਤੇ ਇਹ ਜਿਹੜੇ ਜ਼ਾਲਮ ਰਾਜੇ ਮਹਾਰਾਜੇ ਨੇ ਉਹਨਾਂ ਨੂੰ ਮੈਂ ਹਰ ਪਲ ਮਾਤ ਦੇਣੀ, ਪਰ ਹਰ ਪਲੇ ਉਹਨਾਂ ਨੂੰ ਹਰਾ ਦੇਵਾਂਗਾ। ਇੱਕੋ ਬਾਟੇ ਵਿੱਚ ਅੰਮ੍ਰਿਤ ਤੁਸੀਂ ਛਕਿਆ, ਰਹੀ ਨਾ ਜਾਤ ਨਾ ਪਾਤ ਅੱਜ ਖਾਲਸੇ ਦੀ। ਇੱਕੋ ਰੂਪ ਸਰੂਪ ਧਰਮ ਇੱਕੋ, ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ। ਇਹਦੇ ਵਿੱਚ ਕਵੀ ਫਰਮਾਉਂਦਾ ਹੈ ਕਿ ਗੁਰੂ ਜੀ ਕਹਿੰਦੇ ਹਨ ਕਿ ਤੁਸੀਂ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਿਆ। ਭਾਵ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਉਸ ਸਮੇਂ ਸਾਰੇ ਇੱਕੋ ਬਾਟੇ ਵਿੱਚ ਬਹਿ ਕੇ ਪ੍ਰਸ਼ਾਦ ਦਾ ਛਕਦੇ ਨੇ। ਅਤੇ ਉਹਦੇ ਨਾਲ ਕੀ ਹੁੰਦਾ ਬੇਟਾ, ਜਦੋਂ ਕਹਿੰਦੇ ਫਿਰ ਇਹਨਾਂ ਨੇ ਜਾਤ ਪਾਤ ਖਤਮ ਹੋ ਜਾਂਦੀ ਹੈ। ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਉੱਚਾ ਵਾ ਨੀਵਾਂ ਵਾ, ਭਾਵੇਂ ਜਾਤ ਦਾ ਕਿਹੜਾ ਵੀ ਹੈ,
ਸਾਰੇ ਇੱਕੋ ਹੀ ਬਾਟੇ ਵਿੱਚ ਅੰਮ੍ਰਿਤ ਛਕਦੇ ਨੇ। ਠੀਕ ਹੈ, ਉਹਨਾਂ ਕਿਸੇ ਦੀ ਵੀ ਖਾਲਸੇ ਕਿਸੇ ਦੀ ਜਾਤ ਨਹੀਂ, ਸਭ ਖਾਲਸਾ ਹੋ ਗਏ ਨੇ। ਇੱਕੋ ਰੂਪ ਸਰੂਪ ਧਰਮ ਇੱਕੋ ਸਾਂਝੀ ਵਾਲਤਾ ਦਾਤ ਖਾਲਸੇ ਦੀ ਵੀ, ਸਾਰਿਆਂ ਦਾ ਇੱਕੋ ਜਿਹਾ ਹੀ ਰੂਪ ਹੋ ਗਿਆ ਵਾ, ਇੱਕੋ ਜਿਹਾ ਹੀ ਆਕਾਰ ਸਰੂਪ ਮੀਨਸ ਆਕਾਰ, ਸਾਰਿਆਂ ਦਾ ਧਰਮ ਇੱਕੋ ਹੋ ਗਿਆ ਵਾ। ਸਾਰੇ ਜਿਹੜੇ ਆ ਉਹ ਖਾਲਸੇ ਦਾ ਕਹਿੰਦੇ ਅੱਜ ਹੈ ਜਿਹੜੀ ਮੈਂ ਉਹਨਾਂ ਨੂੰ ਦਾਤ ਬਖਸ਼ੀ ਹੈ, ਅੰਮ੍ਰਿਤ ਛਕਣ ਦੀ ਜਿਹੜੀ ਦਾਤ ਬਖਸ਼ੀ ਹੈ, ਉਹਦੇ ਨਾਲ ਕੀ ਹੈ ਸਾਰੇ ਭਾਈਚਾਰਾ ਵੱਧ ਗਿਆ ਵਾ, ਸਾਂਝੀਵਾਲਤਾ ਆ ਗਈ ਹੈ ਉਹਨਾਂ ਵਿੱਚ, ਆਪਸੀ 'ਚ ਭਾਈਚਾਰਾ ਵੱਧ ਗਿਆ ਵਾ। ਮੁਨਕਰ ਜਦੋਂ ਅਸੂਲ ਤੋਂ ਪੰਥ ਹੋਇਆ, ਮੈਂ ਨਹੀਂ ਸਾਥ ਹੋਣਾ ਇਹ ਸਮਝ ਲੈਣਾ, ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ, ਲੱਭਣਾ ਹੋ ਇੰਨਾ 'ਚੋਂ ਸਮਝ ਲੈਣਾ। ਮੁਨਕਰ ਭਾਵ ਜਦੋਂ ਕਹਿੰਦੇ ਆ ਪੰਥ ਹੈ, ਜਿਹੜਾ ਖਾਲਸਾ ਪੰਥ ਹੈ ਉਹ ਅਸੂਲਾਂ ਤੋਂ ਖਿਲਾਫ ਹੋਵੇਗਾ। ਜਦੋਂ ਅਸੂਲਾਂ ਦੇ ਖਿਲਾਫ ਹੋਵੇਗਾ ਤਾਂ ਮੈਂ ਉਸਦਾ ਸਾਥ ਸਮਝ ਲੈਣਾ ਕਿ ਮੈਂ ਉਹਦਾ ਸਾਥ ਨਹੀਂ ਦੇਣਾ। ਮੇਰੀ ਹੋਂਦ ਸਿਧਾਂਤ ਦੇ ਸੱਚ ਅੰਦਰ ਹੈ, ਵੀ ਸੱਚ ਦੇ ਸਿਧਾਂਤ ਦੇ ਅੰਦਰ ਮੇਰੀ ਹੋਂਦ ਹੈ। ਜੇ ਲੱਭਣਾ ਹੋ ਇਹ ਸਮਝ ਲੈਣਾ, ਸਮਝ ਮੀਨਸ ਇਹ ਰਾਜ ਹੈ, ਲੱਭ ਲੈਣਾ ਕਿ ਪਰਮਾਤਮਾ ਕਿੱਥੇ ਵਾਸ ਕਰਦੇ ਨੇ, ਸੱਚ ਦੇ ਅੰਦਰ। ਕੀਰਤੀ ਕਾਮੇ ਤੇ ਗ੍ਰਸਤੀ ਸਦਾ ਵੱਡੇ, ਇਹਨਾਂ ਵਿੱਚ ਹੀ ਕਰਤਾਰ ਵਸਦਾ, ਕਿਰਤ ਕਰਤਾ ਰੂਪ ਕਰਤਾਰ ਬਣਦੀ, ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ। ਠੀਕ ਹੈ, ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਕੀਰਤੀ ਭਾਵ ਜਿਹੜੇ ਹੱਥੀਂ ਕੰਮ ਕਰਦੇ ਨੇ, ਠੀਕ ਹੈ, ਕਿਰਤ ਕਰਨ ਵਾਲੇ, ਕਾਮੇ ਜਿਹੜੇ ਮਜ਼ਦੂਰ ਹੁੰਦੇ ਨੇ, ਗ੍ਰਸਤੀ ਜਿਹੜੇ ਘਰ-ਬਾਰ 'ਚ ਰਹਿੰਦੇ ਹੋਏ ਆਪਣੀ ਨਾ ਰੂਟੀਨ ਵਰਕ ਕਰਦੇ ਨੇ, ਗ੍ਰਸਤੀ। ਕਹਿੰਦੇ ਕੀਰਤੀ ਕਾਮੇ ਅਤੇ ਗ੍ਰਸਤੀ ਸਦਾ ਵੱਡੇ ਨੇ, ਇਹਨਾਂ ਵਿੱਚ ਹੀ ਕਹਿੰਦੇ ਕਰਤਾਰ ਵਸਦਾ, ਵੀ ਇਹਨਾਂ ਵਿੱਚ ਵੀ ਭਗਵਾਨ ਵਸਦਾ ਹੈ। ਕਿਰਤ ਕਰਤਾ ਰੂਪ ਕਰਤਾਰ ਬਣਦੀ, ਕਿਰਤ ਵਿੱਚ ਹੀ ਸ੍ਰਿਸ਼ਟੀ ਦਾ ਪਿਆਰ ਹੱਸਦਾ। ਇਹਦੇ ਵਿੱਚ ਵੀ ਜਿਹੜੀ ਕਿਰਤ ਹੈ, ਆਪਾਂ ਨੇਕ ਕਮਾਈ ਕਰਦੇ ਹਾਂ, ਉਹ ਜਿਹੜਾ ਆਪਾਂ ਕੰਮ ਕਰਦੇ ਹਾਂ ਉਹ ਭਗਵਾਨ ਦਾ ਰੂਪ ਬਣਦੀ ਹੈ, ਅਤੇ ਉਹਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਵਿੱਚ ਦੁਨੀਆ ਦਾ ਪਿਆਰ ਹੱਸਦਾ ਹੈ। ਭਗਤੀ ਨਾਮ ਦੇ ਵਿੱਚ ਹੁਣ ਮਿਲੂ ਸ਼ਕਤੀ, ਦੇਉ ਹੌਸਲਾ ਨਵਾਂ ਕਿਰਪਾਨ ਮੇਰੀ, ਲੇਖੇ ਧਰਮ ਦੇ ਸਭੇ ਮੈਂ ਲਾ ਦੇਣੇ, ਸਾਰਾ ਘਰ ਪਰਿਵਾਰ ਤੇ ਜਾਨ ਮੇਰੀ। ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਭਗਤੀ ਦੀ ਨਾਮ 'ਤੇ ਹੁਣ ਮੈਂ ਕਹਿੰਦੇ ਜਿਹੜਾ ਭਗਤੀ ਦੇ ਨਾਮ 'ਚੋਂ ਹੀ ਸ਼ਕਤੀ ਮਿਲੇਗੀ, ਪਰਮਾਤਮਾ ਦਾ ਸਿਮਰਨ ਕਰਨ 'ਤੇ ਹੀ ਸ਼ਕਤੀ ਮਿਲੇਗੀ, ਅਤੇ ਜਿਹੜੀ ਮੇਰੀ ਕਿਰਪਾਨ ਆ ਉਹ ਸਾਰਿਆਂ ਦੇ ਵਿੱਚ ਨਵਾਂ ਹੌਸਲਾ ਭਰ ਦੇਵੇਗੀ। ਲੇਖੇ ਧਰਮ ਦੇ ਸਭੇ ਮੈਂ ਲਾ ਦੇਣੇ, ਕਿ ਵੀ ਧਰਮ ਦੇ ਲੇਖੇ, ਵੀ ਧਰਮ ਦੇ ਲਈ ਮੈਂ ਸਾਰਾ ਕੁਛ ਕੁਰਬਾਨ ਕਰ ਦੇਣਾ ਵਾ, ਭਾਵੇਂ ਮੇਰਾ ਘਰ ਹੈ, ਪਰਿਵਾਰ ਹੈ, ਭਾਵੇਂ ਮੇਰੀ ਜਾਨ ਹੈ, ਮੈਂ ਸਭ ਕੁਛ ਵਾਰ ਦੇਣਾ ਵਾ। ਦੇਖੋ ਬੇਟਾ, ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਕੁਛ ਵਾਰ ਦਿੱਤਾ ਸੀ। ਜਦੋਂ 9 ਸਾਲ ਦੇ ਸੀ, ਜਦੋਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ, ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਦਾ ਸਾਥ ਦੇਣ ਲਈ ਭੇਜਿਆ ਸੀ, ਅਤੇ ਉੱਥੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਫਿਰ ਠੀਕ ਹੈ, ਅਤੇ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਆ ਜੋ ਜੰਗ ਵਿੱਚ ਸ਼ਹੀਦ ਹੋ ਗਏ ਸੀ, ਅਤੇ 2 ਸਾਹਿਬਜ਼ਾਦੇ ਯੁੱਧ ਧਰਮ ਨਾ ਬਦਲਣ ਲਈ ਉਹਨਾਂ ਨੂੰ ਜਿਉਂਦਿਆਂ ਹੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ। ਅਤੇ ਮਾਤਾ ਗੁਜਰੀ ਵੀ ਉਹਨਾਂ ਦੇ ਦੁੱਖ ਵੀ ਨਾ ਸਹਾਰ ਸਕੀ, ਵਿਛੋੜਾ ਨਾ ਸਹਾਰ ਸਕੀ, ਅਤੇ ਉਹ ਵੀ ਉੱਥੇ ਹੀ ਸ਼ਹੀਦ ਹੋ ਗਏ ਸੀ। ਅਤੇ ਗੁਰੂ ਜੀ ਨੇ ਆਪਣੀ ਵੀ ਜਾਨ ਸਾਰੀ ਉੱਥੇ ਹੀ ਯੁੱਧ ਦੇ ਖਿਲਾਫ ਲੜਦੇ ਵਾਰ ਦਿੱਤੀ ਸੀ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਕਿਰਪਾਨ ਆ ਮੇਰਾ ਸਾਰਿਆਂ ਨੂੰ ਨਵਾਂ ਹੌਸਲਾ ਭਰ ਦੇਵੇਗੀ, ਅਤੇ ਮੈਂ ਧਰਮ ਦੇ ਲੇਖੇ ਹੀ, ਧਰਮ ਦੇ ਖਾਤਰ ਸਭ ਕੁਛ, ਆਪਣਾ ਘਰ ਪਰਿਵਾਰ ਜਾਨ ਸਭ ਮੇਰਾ ਵਾਰ ਦੇਣਾ ਵਾ। ਸਾਰੇ ਧਰਮਾਂ ਦੇ ਚੰਗੇ ਜੋ ਤਰਕ ਮਹਿਲ ਸਿੱਖੀ ਦਾ ਅਸੀਂ ਉਸਾਰਿਆ, ਮੀਰੀ ਪੀਰੀ ਦੇ ਨਵੇਂ ਵਿੱਚ ਰੰਗਿਆ, ਅੱਜ ਮੈਂ ਖਾਲਸਾ ਨਵਾਂ ਉਭਾਰਿਆ। ਦੇਖੋ ਬੇਟਾ, ਜਿਹੜਾ ਕਹਿੰਦੇ ਖਾਲਸਾ ਪੰਥ ਹੈ, ਠੀਕ ਹੈ, ਸਾਰੇ ਧਰਮਾਂ ਦੇ ਵੀ ਜਿੰਨੇ ਵੀ ਧਰਮ ਹੈ, ਦੇਖੋ ਸਾਰੇ ਧਰਮ ਇੱਕ ਸਮਾਨ ਹੁੰਦੇ ਨੇ। ਬਸ ਇਹ ਹੁੰਦਾ ਵਾ ਕਿਸੇ ਧਰਮ ਵਿੱਚ ਕੋਈ ਗੱਲ ਚੰਗੀ ਹੁੰਦੀ ਹੈ, ਕਿਸੇ ਮਾੜੀ ਹੁੰਦੀ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ ਕਿ ਸਾਰੇ ਧਰਮਾਂ ਦੇ ਜਿਹੜੇ ਚੰਗੇ ਤਰਕ ਹੈ, ਠੀਕ ਹੈ, ਤਰਕ ਮਾਂ ਦਲੀਲ ਵਿਚਾਰ, ਸਾਰੇ ਧਰਮਾਂ 'ਚੋਂ ਜਿਹੜੇ ਚੰਗੇ ਵਿਚਾਰ ਹੈ ਉਹ ਮੈਂ ਲੈ ਕੇ ਇੱਕ ਜਿਹੜਾ ਸਿੱਖੀ ਦਾ ਮਹਿਲ ਉਸਾਰਿਆ ਵਾ,
ਭਾਵ ਸਿੱਖ ਧਰਮ ਦੀ ਸਾਜਨਾ ਕੀਤੀ ਹੈ, ਸਾਰਿਆਂ ਨੇ ਬਣਾਇਆ ਵਾ। ਮੀਰੀ ਪੀਰੀ ਦੇ ਵੀ ਨਵੇਂ ਵਿੱਚ ਰੰਗ ਭਰ, ਅੱਜ ਮੈਂ ਨਵਾਂ ਮੀਰੀ ਪੀਰੀ ਦਾ ਭਾਵ ਕੀ ਹੈ? ਮੀਰੀ ਪੀਰੀ ਤੋਂ ਇਹ ਦੋ ਤਲਵਾਰਾਂ ਦੇ ਨਾਮ ਸੀ ਬੇਟਾ, ਜਿਹੜੀ ਸ਼੍ਰੀ ਹਰਗੋਬਿੰਦ ਰਾਏ ਜੀ ਨੇ ਧਾਰਨ ਕੀਤੀਆਂ ਸੀ। ਮੀਰੀ ਭਾਵ ਸ਼ਕਤੀ, ਪੀਰੀ ਭਾਵ ਭਗਤੀ। ਵੀ ਉਹਨਾਂ ਨੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਹਰਗੋਬਿੰਦ ਸਿੰਘ ਜੀ 6ਵੀਂ ਪਾਤਸ਼ਾਹੀ ਸੀ, ਉਹਨਾਂ ਨੂੰ ਲੱਗਿਆ ਸੀ ਕਿ ਹੁਣ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਧਾਰਨ ਕਰਨਾ ਪਵੇਗਾ। ਇਸ ਲਈ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸੀ। ਇੱਕ ਉਹਨਾਂ ਦਾ ਨਾਮ ਸੀ ਇੱਕ ਮੀਰੀ ਤੇ ਪੀਰੀ, ਭਗਤੀ ਦੇ ਨਾਲ ਨਾਲ ਉਹਨਾਂ ਨੇ ਸ਼ਕਤੀ ਵੀ ਧਾਰਨ ਕੀਤੀ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਮੀਰੀ ਪੀਰੀ ਵਿੱਚ ਨਵੇਂ ਰੰਗ ਭਰ ਕੇ ਮੈਂ ਅੱਜ ਇੱਕ ਨਵਾਂ ਖਾਲਸਾ ਉਭਾਰਿਆ ਵਾ। ਝੋਲੀ ਪਾਇਆ ਮੈਂ ਖਾਲਸਾ ਪੰਥ, ਇਹਦੀ ਖਾਲਸਾ ਜੀ ਸਾਂਭ ਸੰਭਾਲ ਕਰਨੀ, ਇਸ ਦੀ ਸੋਚ ਵਿੱਚ ਸਜਰੇ ਫੁੱਲ ਧਰਨੇ, ਇਹਦੇ ਬਦਨ ਵਿੱਚ ਸੱਚੀ ਖੁਸ਼ਬੂ ਭਰਨੀ। ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਮੈਂ ਖਾਲਸਾ ਪੰਥ ਜਿਹੜਾ ਵਾ, ਇਹ ਸਾਰੇ ਸਿੰਘਾਂ ਨੂੰ, ਖਾਲਸੇ ਨੂੰ ਕਹਿੰਦੇ ਹਨ ਕਿ ਮੈਂ ਤੁਹਾਡੇ ਝੋਲੀ ਵਿੱਚ ਖਾਲਸਾ ਪੰਥ ਪਾਇਆ ਵਾ, ਇਹਦੀ ਹਮੇਸ਼ਾ ਹੀ ਸਾਂਭ ਸੰਭਾਲ ਕਰਨੀ ਵੀ, ਇਹਦੇ ਹਮੇਸ਼ਾ ਹੀ ਸਾਂਭ ਕੇ ਰੱਖਣਾ ਵਾ। ਇਸ ਦੀ ਸੋਚ ਵਿੱਚ ਸਜਰੇ ਭਾਵ ਤਾਜ਼ੇ ਫੁੱਲ ਭਰਨੇ, ਭਾਵ ਨਵਾਂ ਸੋਚਣਾ, ਇਹਦੇ ਬਦਨ ਵਿੱਚ ਨਵੀਂ ਖੁਸ਼ਬੂ ਭਰਨੀ, ਇਹਦੇ ਬਦਨ ਭਾਵ ਜਿਹੜੀ ਇੱਕ ਸਿੱਖੀ ਦੀ ਜਿਹੜੀ ਸਿੱਖ ਧਰਮ ਹੈ ਉਹਦੇ ਵਿੱਚ ਕਹਿੰਦੇ ਸਜਰੇ ਫੁੱਲ ਵੀ ਨਵੀਂ ਜਿਹੜੀ ਸੋਚ ਹੈ, ਜਿਹੜੀ ਅਗਾਂਹ ਵਧੂ ਸੋਚ ਹੈ, ਉਹਦੇ ਨਾਲ ਕੀ ਹੈ, ਇਸ ਨੂੰ ਹਮੇਸ਼ਾ ਹੀ ਇਹਦੀ ਸਾਂਭ ਸੰਭਾਲ ਕਰਨੀ ਹੈ। ਇਸ ਤਰ੍ਹਾਂ ਅਸੀਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਕੁਛ ਉਪਦੇਸ਼ ਦਿੱਤੇ ਨੇ। ਕਿਹੜੇ ਦਿੱਤੇ ਨੇ? ਦੇਖੋ, ਪਹਿਲਾਂ ਤਾਂ ਹੀ ਦੇਖੋ, ਟਿੱਪਣੀ ਪੜ੍ਹੋ। ਇਹ ਕਵਿਤਾ ਸ਼ਾਇਦ ਪਰਵਨ ਹਰਚੰਦਪੁਰੀ ਦੀ ਪੁਸਤਕ ਮਹਾਕਾਵ ਜਨਮੇ ਖਾਲਸਾ ਇਤਿਹਾਸ ਦੀ ਵਿਲੱਖਣ ਦਸਤਾਵੇਜ਼ ਵਿੱਚੋਂ ਲਈ ਗਈ ਹੈ। ਇਹ ਉਸਦਾ 22ਵਾਂ ਸਰਗ ਹੈ। ਇਸ ਕਵਿਤਾ ਵਿੱਚ ਸਿੱਖ ਸਾਜਨਾ ਉਪਰੰਤ ਖਾਲਸੇ ਨੂੰ ਉਸਦੇ ਫਰਜ਼ਾਂ ਬਾਰੇ ਸੁਚੇਤ ਰਹਿਣ ਲਈ ਨਸੀਹਤ ਦਿੱਤੀ ਗਈ ਹੈ। ਬਰਾਬਰੀ, ਭਗਤੀ, ਕਿਰਤ, ਧਰਮ ਤੇ ਅਸੂਲਾਂ ਉੱਪਰ ਡਟ ਕੇ ਪਹਿਰਾ ਦੇਣ ਦਾ ਸੰਦੇਸ਼ ਦਿੱਤਾ ਗਿਆ ਹੈ। ਠੀਕ ਹੈ ਬੇਟਾ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਜਿਹੜਾ ਚੈਪਟਰ ਹੈ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ, ਤੁਹਾਨੂੰ ਕੁਛ ਵੀ ਸਮਝ ਨਹੀਂ ਆ ਰਿਹਾ, ਤਾਂ ਤੁਸੀਂ ਆਪਣੀ ਜਿਹੜਾ ਡਾਊਟ ਹੈ ਆਪਣੀ ਕਲਾਸ ਦੀ ID ਵਿੱਚ ਸੈਂਡ ਕਰ ਸਕਦੇ ਹੋ ਕਿ ਤੁਹਾਨੂੰ ਉਸਦਾ ਜਵਾਬ ਮਿਲ ਜਾਵੇਗਾ। ਔਰ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਆਪਣੀ ਐਕਟੀਵਿਟੀ ਸਬਮਿਟ ਨਹੀਂ ਕਰਵਾਈਆਂ, ਉਹ ਜਲਦ ਤੋਂ ਜਲਦ ਆਪਣੀ ਐਕਟੀਵਿਟੀ ਸਬਮਿਟ ਕਰਵਾ ਦੇਣ। ਵੈਸੇ ਮੈਂ 25 ਤਰੀਕ ਦਿੱਤੀ ਸੀ, ਪਰ ਹਜੇ ਤੱਕ ਬਹੁਤ ਸਾਰੇ ਬੱਚਿਆਂ ਨੇ ਸਬਮਿਟ ਨਹੀਂ ਹੋਈਆਂ, ਇਸ ਕਰਕੇ ਤੁਸੀਂ ਸਬਮਿਟ ਕਰਵਾ ਦਿਓ, ਅਦਰਵਾਈਜ਼ ਮੈਂ ਸਾਰਿਆਂ ਦੇ ਨੰਬਰ ਨਹੀਂ ਇਨਕਲੂਡ ਕੀਤੇ ਜਾਣਗੇ। ਠੀਕ ਹੈ ਬੇਟਾ, ਅਤੇ ਇਹਦੇ ਨਾਲ ਤੁਹਾਨੂੰ ਕੁਛ ਕੁਐਸਚਨ ਆਨਸਰ ਭੇਜੇ ਜਾ ਰਹੇ ਨੇ। ਤੁਸੀਂ ਉਹਨਾਂ ਕੁਐਸਚਨ ਆਨਸਰਾਂ ਨੂੰ ਤੁਸੀਂ ਆਪਣੀ ਫੇਅਰ ਨੋਟਬੁੱਕ ਵਿੱਚ ਲਿਖਣਾ ਵਾ। ਠੀਕ ਹੈ ਬੇਟਾ, ਧੰਨਵਾਦ।